ਬਹੁਤ ਜ਼ਿਆਦਾ ਹੁੰਦੇ ਨੇ। ਨਹੀਂ 25 ਦਿਨ ਦਾ ਮੈਟਰ ਇਹ ਜੀ 25 ਦਿਨ ਨੂੰ 25 ਤਰੀਕ ਨੂੰ ਪੋਸਟਮਾਸਟਰ ਦੀ ਰਿਪੋਰਟ ਆਉਣੀ ਹੈ। ਉਹ ਕਿਹਾ ਹੈਗਾ ਵੀ ਉਹਨੂੰ ਦੇਖ ਕੇ ਵੀ ਫੇਰ ਅੱਗੇ ਕੇਸ ਚਲਾਵਾਂਗੇ। ਠੀਕ ਹੈ ਹਾਂ ਇਹ ਚੀਜ਼ ਦੇ ਵਿੱਚ ਮੈਂ ਕੱਲਾ ਥੋੜੀ ਫੈਸਲਾ ਲੈ ਲੂੰਗਾ। ਕੁਝ ਨਹੀਂ ਕਰ ਸਕਦੇ, ਇਕੱਲੇ ਕੁਝ ਨਹੀਂ ਕਰ ਸਕਦੇ। ਅਗਰ ਆਪਾਂ ਸਾਰੇ ਇਕਜੁੱਟ ਹੋ ਕੇ ਚੱਲਾਂਗੇ ਤਾਂ ਹੀ ਆਪਾਂ ਨੂੰ ਇਨਸਾਫ। परवरिश होंगी ना एक माँ बाप की, एक अपने बच्चे को सेहत देनी, वो बहुत मैटर करती है इस चीज़ के। क्योंकि चंगे परिवारों ने धियां नहीं कुछ करदियां। आप सारिਆਂ ਨੂੰ नहीं कहते कि सारियां कुड़ियां ही खराब ने या सारियां कुड़ियां माड़ियां ने, कुछ लोगों करके ये काम हो रहा है। सत श्री अकाल सारिਆਂ ਨੂੰ, स्वागत है ਤੁਹਾਡਾ ਸਾਡੇ चैनल ਤੇ। उम्मीद करते हैं कि ਤੁਸੀਂ ਸਾਰੇ ठीक ठाक ਹੋਵੋਗੇ। ਤੇ ਅੱਜ ਅਸੀਂ ਜਾ ਰਹੇ ਸੀ ਧਨੌਲੇ, ਜੋ ਕਿ ਲਵਪ੍ਰੀਤ ਦੇ ਕੇਸ ਨੂੰ ਲੈ ਕੇ ਉੱਥੇ ਧਰਨਾ ਲੱਗਿਆ ਹੋਇਆ। ਤੇ ਮੇਰਾ ਕਾਫੀ ਮਨ ਸੀ ਕਾਫੀ ਦਿਨਾਂ ਤੋਂ ਉੱਥੇ ਜਾਣ ਦਾ, ਤੇ ਕੁਲਵਿੰਦਰ ਫ੍ਰੀ ਨਾ ਹੋਣ ਕਰਕੇ ਅਸੀਂ ਉੱਥੇ ਜਾ ਨਹੀਂ ਪਾਏ। ਤੇ ਫਾਈਨਲੀ ਅੱਜ ਸਾਡਾ ਪ੍ਰੋਗਰਾਮ ਬਣਿਆ ਤੇ ਅੱਜ ਕੁਲਵਿੰਦਰ ਫ੍ਰੀ ਸੀ ਤੇ ਅਸੀਂ ਅੱਜ ਉੱਥੇ ਜਾਵਾਂਗੇ ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਹਾਂ। पिंड बडवर ते मनप्रीत इत्थे पहुँच गया ते हुण असीं मनप्रीत नूं नाल लैके अगे धनौले चलांगे। हुण असीं मनप्रीत नूं लैके अगे चलदे हां। लो जी मनप्रीत भी आ गया, जिहदी वेट सी सानू नाल लैके जाना है। सवेर दा फोन कीता इहने भी जाना जरूर है अज उत्थे। और मनप्रीत पहुँच गए? हाँ जी पहुँच गया। मैं फोटोग्राफर वीरे लिए रुक गया थी। अच्छा चलो लो जी मनप्रीत पहुँच गया साडे कोल। ते मनप्रीत कितना टाइम लग गया तेनों संगरूर पहुँचण दे? बस मैं स्कूटी ते आया सीगा ते मस्तवाना साहब मींह पै रहा सीगा। 20 मिनट लग्या तकरीबन मैनूं पिंडों आउंदे नूं। मैं भी अजे तां ही सोचा कि बहुत यार मन जा होआ भरिया होया ना। सही गल है किसी माँ दा पुੱਤ तुर गया ते हरेक नूं भी लाइक आउणा चाहीदा ਇਹਦੇ ਵਿੱਚ है ना। प्रोटेस्ट जो हो रहा ਅਸੀਂ भी ਆਪਦਾ ਜਿੰਨਾ ਵੀ ਬਣਦਾ है ना भी ਸਾਡਾ ਪਿੰਡ ਉਰੋਂ ਇੱਥੋਂ ਭਾਬੀ ਹੋਰਾਂ ਦਾ ਪਿੰਡ ਤਾਂ ਮਤਲਬ 40-45 ਕਿਲੋਮੀਟਰ ਪੈਂਦਾ, ਮੇਰਾ ਪਿੰਡ ਉਰੋਂ 20 ਕਿਲੋਮੀਟਰ ਆ। ਤੇ ਤਾਂ ਕਰਕੇ ਮੈਂ ਇੱਥੇ ਆਇਆ ਹੈ ਨਾ। ਵੀਰੇ ਹੋਰਾਂ ਨੂੰ ਵੀ ਕਿਹਾ ਵੀ ਆਪਾਂ ਚੱਲਦੇ ਆ ਇਕੱਠੇ ਹੋ ਕੇ। ਤੇ ਬਹੁਤ ਮਾੜਾ ਜਿਹੜੀਆਂ ਕੁੜੀਆਂ ਧੋਖਾਧੜੀ ਕਰਦੀਆਂ ਨੇ ਸਾਰੀਆਂ ਡਿਪੋਰਟ ਹੋਣੇ ਚਾਹੀਦੀਆਂ ਨੇ ਹੈ ਨਾ। ਨਾਲ ਹੈਗਾ ਤੇ ਬਾਕੀ ਇਹ ਚੀਜ਼ ਨਾ ਸੋਚ ਕੇ ਚੱਲੋ ਕਿ ਸਾਡਾ ਕਿਹੜਾ ਕੁਝ ਨੁਕਸਾਨ ਹੋਇਆ, ਤਾਂ ਉਹਨਾਂ ਦਾ ਹੋਗਾ ਜਿਹੜਾ ਕੁਝ ਹੋਣਾ ਸੀ। ਜਿਹੜਾ ਮੁੰਡੇ ਦਾ ਚਾਚਾ ਤਾਂ ਉਹਨੂੰ ਅੱਜ ਪੱਕਾ ਮਿਲ ਕੇ ਆਉਣਾ, ਕੁਛ ਨਾ ਕੁਛ ਵੀ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਆਉਂਦੇ ਆ। ਦੁੱਖ ਸਾਂਝਾ ਇੱਕ ਸਾਡਾ ਦੁੱਖ ਸਾਂਝਾ ਕਰਨੀ ਜਾ ਰਹੇ ਹਾਂ ਅਸੀਂ। ਤਾਂ ਕੁੜੀ ਦੀਆਂ ਕਾਲ ਡਿਟੇਲਾਂ ਕੱਢੀਆਂ ਜਾਣ, ਦੁੱਧ ਦਾ ਦੁੱਧ, ਸਾਰਾ ਪਾਣੀ ਦਾ ਪਾਣੀ ਹੋਊਗਾ ਵੀ ਇੱਕ ਵਾਰ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ। ਕੁੜੀ ਦਾ ਪਾਸਪੋਰਟ ਜ਼ਰੂਰ ਰੱਦ ਹੋਣਾ ਚਾਹੀਦਾ। ਉਸ ਤੋਂ ਬਾਅਦ ਸਾਰਾ ਮੈਟਰ ਖਤਮ ਹੋ ਜਾਊਗਾ। ਪਾਸਪੋਰਟ ਕੈਂਸਲ ਕਰਵਾਓ ਸਾਰਿਆਂ ਨਾਲੋਂ ਪਹਿਲਾਂ ਹੈ ਨਾ। ਪਾਸਪੋਰਟ ਕੈਂਸਲ ਹੋ ਗਿਆ ਨਾ, ਉਹਨੂੰ ਮਤਲਬ ਉਹਨੂੰ ਤਾਂ ਵਰਕ ਪਰਮਿਟ ਮਿਲ ਚੁੱਕਿਆ। ਜਿਹੜੀਆਂ ਕੁੜੀਆਂ ਹੋਰ ਆ ਜਿਹੜੇ ਸਟੱਡੀ ਦੇ ਨੇ ਇਸ ਟਾਈਮ, ਜਿਹਨਾਂ ਦਾ ਵਰਕ ਪਰਮਿਟ ਕੈਂਸਲ ਹੋ ਜਾਏ ਸਾਰਾ ਮੈਟਰ ਖਤਮ ਹੋ ਜਾਊਗਾ। ਲਓ ਜੀ ਅਸੀਂ ਧਰਨੇ ਤੇ ਆ ਚੁੱਕੇ ਆ ਤੇ ਹੁਣ ਅਸੀਂ ਗੱਡੀ ਪਾਰਕ ਵਾਸ ਸਾਈਡ ਤੇ ਕਹਿੰਦੇ ਇੱਥੇ ਜੇ ਲਾ ਦੇ ਕਿਤੇ। ਮੈਂ ਤਾਂ ਕਹਣਾ ਉਹ ਪਰਲੇ ਅਸੀਂ ਆ ਚੁੱਕੇ ਆ ਧਰਨੇ ਤੇ। अपने मन भी जी 306 है ये क्यों नहीं लाई गई। जो उन्होंने तो पूछा उन्होंने आपके हिसाब न जिस तरह कानून के दायरे च रह के वो काम करते हैं उस तरह उन्हें सारा कुछ FIR जो कुछ लिखा थी उन्होंने पढ़ के सुनाया। वो बारे दसिया भी प्रधान जी हर गल के उत्ते देखो आ गल हरेक थां थोड़ी लियांदी गई है पर जी बिसरा रिपोर्ट
ਜਦੋਂ ਆਉਂਦੀ ਆ ਉਹਦੇ ਨਾਲ ਜੁਰਮ 'ਚ ਵਾਧਾ ਕੀਤਾ ਜਾਊ, ਵੀ ਸਾਡੇ ਵੀ ਹੱਥ ਬੰਨੇ ਹੁੰਦੇ ਨੇ, ਕਿਉਂਕਿ ਸਾਨੂੰ ਵੀ ਜਦੋਂ ਜੱਜ ਕੱਲ ਨੂੰ ਪੁੱਛ ਸਕਦਾ ਹੈ, ਸਾਡੇ ਉੱਤੇ ਵੀ ਇੱਕ ਪਾਵਰ ਹੋਰ ਬੈਠੀ ਹੈ ਵੀ ਤੁਸੀਂ ਗਾਹਾਂ ਦੀ ਗਾਹਾਂ FIR ਪਹਿਲਾਂ 174 ਦੀ ਕਾਰਵਾਈ ਕਰੀ, ਫਿਰ 420 ਦਾ ਪਰਚਾ ਦਰਜ ਹੋਇਆ, ਵੀ ਹੁਣ ਆਪਾਂ ਸਟੇਜ ਤੋਂ ਬਾਰ-ਬਾਰ ਕੱਲ੍ਹ ਦੇ ਕਹਿ ਰਹੇ ਹਾਂ ਵੀ 306 ਦੀ FIR ਦਿਓ। ਇੱਥੋਂ ਆਪਾਂ ਇਹ ਨਾਸਰ ਕਰ ਰਹੇ ਹਾਂ ਕਿਉਂਕਿ ਆਪਾਂ ਵੀ ਵਕੀਲਾਂ ਦੀਆਂ ਗੱਲਾਂ ਸੁਣਦੇ ਹਾਂ। ਹਾਈ ਕੋਰਟ ਦੇ ਵਕੀਲ ਸਾਹਿਬਾਨ ਪਹੁੰਚੇ ਨੇ ਆਪਣੇ ਕੋਲੇ, ਉਹ ਕਹਿੰਦੇ ਵੀ 306 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਵੀ ਕਿਉਂਕਿ ਕਾਰਨ ਤਾਂ ਬਣਦਾ ਹੈ ਵੀ ਲਵਪ੍ਰੀਤ ਦਾ ਵਿਆਹ ਹੋਇਆ, ਵਿਆਹ ਹੋਣ ਤੋਂ ਬਾਅਦ ਉਹਦੇ ਨਾਲ ਗੱਲਬਾਤ ਨਹੀਂ ਹੋਈ, ਉਹ ਲੜਕੀ ਨੇ ਉਹਨੂੰ ਸਾਫ਼ ਇਨਕਾਰ ਕਰਤਾ ਔਰ ਉਹਨੇ ਪੈਸੇ ਵੀ ਲਾਏ, ਉਹ ਡਿਪਰੈਸ਼ਨ ਦਾ ਮਰੀਜ਼ ਬਣਿਆ। ਆਪਾਂ ਵਾਰ-ਵਾਰ ਇਹੀ ਗੱਲ ਦੀ ਵੀ ਇਹ ਕਾਰਨ ਤਾਂ ਬਣਿਆ, ਤੇ ਬਣਿਆ ਤਾਂ ਲਵਪ੍ਰੀਤ ਮਰਿਆ ਕਿਉਂ? ਮਰਨ ਦਾ ਕਾਰਨ ਤਾਂ ਸਿਰਫ ਇਹੀ ਸੀ। ਸੋ ਉਸੇ ਕਾਰਨ ਆਪਾਂ ਨੂੰ ਇੱਥੋਂ ਦੇ ਅਫਸਰਾਂ ਤੇ ਬਹੁਤ ਵੱਡਾ ਗੁੱਸਾ ਸੀ, ਉਸੇ ਕਾਰਨ ਹੀ ਆਪਾਂ ਨੇ ਆਹ ਰੋਡ ਜਾਮ ਕੀਤਾ ਹੈ। ਪਰ ਸਾਨੂੰ ਤਾਂ ਇਹ ਬਣਦਾ ਸੀ ਕਿ ਇਹ ਕੱਲ ਹੀ ਸ਼ਾਮ ਤੱਕ ਪਹੁੰਚਦੇ, ਜਿਸ ਤਰ੍ਹਾਂ ਸਾਨੂੰ ਹੁਣ ਵਿਸ਼ਵਾਸ ਦਿਵਾਉਣਗੇ। ਡਿਪਟੀ ਸਾਹਿਬਾਨ ਆ ਪਹੁੰਚੇ ਨੇ ਆਪਣੇ, ਉਹ ਸਾਨੂੰ ਦੱਸਣਗੇ, ਉਸ ਮੁਤਾਬਕ ਅਸੀਂ ਵੀਰੋ ਧਰਨਾ, ਜੇ ਤੁਸੀਂ ਕਹੋ ਵੀ ਆਪਣਾ ਧਰਨਾ ਚੱਕਿਆ ਗਿਆ, ਧਰਨਾ ਮੁਲਤਵੀ ਕਰਨਾ ਆਪਾਂ ਨੇ। ਜੇਕਰ ਫਿਰ ਵੀ ਆਪਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਹੀ ਕਹਿ ਰਹੇ ਆ, ਅਫਸਰ ਸਾਹਿਬਾਨ ਖੜੇ ਨੇ, ਜੇਕਰ ਜੋ ਕੁਝ ਵੀ ਵਿਸਾ ਰਿਪੋਰਟ ਆਉਂਦੀ ਉਹਦੇ ਮੁਤਾਬਕ ਧਾਰਾਂ ਨਹੀਂ ਲੱਗਦੀਆਂ ਤਾਂ ਆਪਣਾ ਆਹ ਰੋਡ ਦੂਰ ਨਹੀਂ ਹੁੰਦਾ। ਇਹ ਰੋਡ ਤੇ ਆਪਾਂ ਇਸੇ ਤਰ੍ਹਾਂ ਹੀ 25 ਤਰੀਕ ਤੱਕ ਇਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਵੀ ਵਿਸਾ ਰਿਪੋਰਟ ਆ ਜਾਊਗੀ, ਉਸ ਤੋਂ ਬਾਅਦ ਅਸੀਂ ਜੁਰਮ ਦੇ ਵਿੱਚ ਵਾਧਾ ਕਰਾਂਗੇ, ਜਿਹੜੀਆਂ ਧਾਰਾਂ ਤੁਸੀਂ ਕਹਿ ਰਹੇ ਹੋ ਅਸੀਂ ਉਹ ਧਾਰਾਂ ਲਵਾਵਾਂਗੇ, ਤਾਂ ਉਸ ਮੁਤਾਬਕ ਫੇਰ ਹੀ ਆਪਾਂ ਨੇ ਇਹ ਰੋਡ ਦਾ ਜਿਹੜਾ ਟਾਈਮ ਹੈ ਇਹ ਬਿਲਕੁਲ ਬੰਦ ਕਰਾਂਗੇ। ਨਹੀਂ ਇਹ ਧਰਨਾ ਮੁਲਤਵੀ ਕੀਤਾ ਗਿਆ ਹੈ 25 ਤਰੀਕ ਤੱਕ। ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇੱਕ ਲਵਪ੍ਰੀਤ ਸਾਡਾ ਮਰ ਚੁੱਕਿਆ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਲਵਪ੍ਰੀਤਾਂ ਨੂੰ ਬਚਾਉਣਾ ਹੈ। ਸੋ ਉਸ ਮੁਤਾਬਕ ਅਸੀਂ ਅਫਸਰ ਸਾਹਿਬਾਨ ਤੋਂ ਮੰਗ ਕਰਦੇ ਹਾਂ ਵੀ ਉਹ ਸਾਨੂੰ ਵਿਸ਼ਵਾਸ ਦਿਵਾਉਣ ਵੀ ਤਾਂ ਕਿ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਜਿਹੜਾ ਨਵਾਂ ਰਸਤਾ ਬਣਨ ਜਾ ਰਿਹਾ ਇਹ ਰਸਤਾ ਬੰਦ ਹੋ ਜਾਏ, ਕੋਈ ਠੱਗਿਆ ਨਾ ਜਾਵੇ, ਕਿਸੇ ਨੂੰ ਖੁਦਕਸ਼ੀ ਨਾ ਕਰਨੀ ਪਵੇ। ਜਿਹੜੇ ਤੁਸੀਂ 2 ਪੁਆਇੰਟ ਉਠਾਏ ਸੀ 306 ਨਹੀਂ, 306 ਦਾ ਸਾਡੀ ਕਾਨੂੰਨੀ ਰਾਏ ਲਈ ਅਸੀਂ ਰਿਪੋਰਟ ਭੇਜੀ ਸੀ। ਉਹ 'ਚ ਡੀਏ ਲੀਗਲ ਜਿਹੜੇ ਸਾਡੇ ਡੀਏ ਮਤਲਬ ਮਾਹਰ ਨੇ ਸਾਡੇ ਕਾਨੂੰਨ ਦੇ, ਉਹਨਾਂ ਨੇ ਲਿਖਿਆ ਸੀ ਜਿਹੜੀ ਇਹਦੀ ਵਿਸਾ ਰਿਪੋਰਟ ਆਉਣ ਤੇ ਇਹਦਾ ਵਿੱਚ ਜੁਰਮ ਦਾ ਵਾਧਾ ਕੀਤਾ। ਦੂਜਾ ਤੁਹਾਡਾ ਜਿਹੜਾ ਪੁਆਇੰਟ ਸੀਗਾ ਕਿ ਉਹਨਾਂ ਦੇ ਪਰਿਵਾਰ ਤੇ ਤੁਸੀਂ ਪਰਚਾ ਨਹੀਂ ਮਤਲਬ ਬਾਈ ਨਹੀਂ ਕੀਤਾ। ਸਾਡੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦੇ ਪੂਰੇ ਪਰਿਵਾਰ ਦੇ ਰੋਲ ਨੂੰ ਵਿਚਾਰਨ ਜਿੱਦਾਂ ਤਫਤੀਸ਼ ਦੌਰਾਨ ਤੁਸੀਂ ਜੋ ਐਵੀਡੈਂਸ ਦਊਂਗੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਉਦੋਂ ਨਾਮਜ਼ਦ ਕੀਤੇ ਜਾਣਗੇ ਤੇ ਉਹਨਾਂ ਦੇ ਖਿਲਾਫ ਚਲਾਨ ਦਿੱਤਾ ਜਾਏਗਾ। ਇਸ ਸੰਬੰਧੀ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਇਸ ਕੇਸ ਨੂੰ ਲੈ ਕੇ ਇੱਕ ਸਿੱਟ ਬਣਾਈ ਜਾ ਰਹੀ ਹੈ ਸੀਨੀਅਰ ਅਫਸਰਾਂ ਵੱਲੋਂ। ਉਹ ਸੀਨੀਅਰ ਅਫਸਰ ਇਸ ਕੇਸ ਨੂੰ ਸੁਪਰਵਾਈਜ਼ ਕਰਨਗੇ, ਉਹਨੂੰ ਦੇਖਣਗੇ ਕਿ ਕੋਈ ਵੀ ਕਿਸੇ ਨਾਲ ਫੜੋ ਤੱਕ ਨਹੀਂ। ਅਫਸਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇੱਕ ਸਿੱਟ ਰਿਪੋਰਟ ਵੀ ਤਿਆਰ ਕੀਤੀ ਜਾਊ, ਇੱਕ ਸੰਸਥਾ ਸਿੱਟ ਬਣੂਗੀ ਜਿਹਦੇ ਆਧਾਰ ਦੇ ਉੱਤੇ ਜਿਹੜਾ ਪਰਿਵਾਰ ਹੈ, ਪਰਿਵਾਰ ਨੂੰ ਵੀ 420 ਦੇ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਜਾਊ। ਜਦੋਂ ਕਿ ਇਹਨਾਂ ਨੇ FIR ਦੇ ਵਿੱਚ ਸਾਨੂੰ ਪੜ੍ਹ ਕੇ ਸੁਣਾਇਆ ਵੀ ਪਰਿਵਾਰ ਨੂੰ ਕੱਢਿਆ ਨਹੀਂ ਗਿਆ, ਵੀ ਪਰਿਵਾਰ ਬਿਲਕੁਲ ਨਾਲ ਹੈ। ਜਿਉਂ-ਜਿਉਂ ਸਾਨੂੰ ਰਿਪੋਰਟ ਮਿਲਦੀ ਰਹੂਗੀ ਅਸੀਂ ਉਸ ਮੁਤਾਬਕ ਜੁਰਮ 'ਚ ਵਾਧਾ ਕਰਦੇ ਰਹਾਂਗੇ। ਅਸੀਂ ਅਫਸਰ ਸਾਹਿਬਾਨ ਤੋਂ ਇਹੀ ਝਾਕ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੁਬਾਰੇ ਮਜਬੂਰ ਨਾ ਹੋਣਾ ਪਵੇ। ਜਿਸ ਤਰ੍ਹਾਂ ਸਾਨੂੰ ਇਨਸਾਫ ਦਿਵਾਇਆ ਵੀ ਸਾਡੇ ਕੇਸ ਦੀ ਵੱਧ ਤੋਂ ਵੱਧ ਪੈਰਵੀ ਕਰਕੇ ਸਾਨੂੰ ਇਸ ਤਰ੍ਹਾਂ ਦੇ ਰੋਡ ਜਾਮ ਕਰਨ ਤੋਂ ਇਹਨਾਂ ਤੋਂ ਨੌਬਤ ਨਾ ਆਵੇ। ਜਿਵੇਂ ਤੁਹਾਨੂੰ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ 11 ਮੈਂਬਰੀ ਕਮੇਟੀ ਪਹਿਲਾਂ ਜਦੋਂ ਵੀ ਉਹਨਾਂ ਨੇ ਡਿਸੀਜਨ ਲਿਆ ਹੈ, ਹੁਣ ਜਿਵੇਂ ਕੁਝ ਵਿੱਚ ਕਹਿ ਰਹੇ ਨੇ ਕਿ ਨਹੀਂ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਕਿ 25 ਦਿਨ ਬਹੁਤ ਜ਼ਿਆਦਾ ਹੁੰਦੇ ਨੇ। ਨਹੀਂ 25 ਦਿਨ ਦਾ ਮੈਟਰ ਇਹ ਜੀ 25 ਤਰੀਕ ਨੂੰ ਪੋਸਟਮਾਰਟਮ ਦੀ ਰਿਪੋਰਟ ਆਉਣੀ ਹੈ। ਉਹ ਕਿਹਾ ਹੈਗਾ ਵੀ ਉਹਨੂੰ ਦੇਖ ਕੇ ਵੀ ਫੇਰ ਅੱਗੇ ਕੇਸ ਚਲਾਵਾਂਗੇ। ਠੀਕ ਹੈ ਸਹਿਮਤ ਨੇ ਸਾਰੇ ਇਸ ਚੀਜ਼ ਦੇ ਨਾਲ, ਜਾਂ ਹੁਣ ਕੀ ਕਹਿੰਦੇ ਮੈਂ ਤਾਂ ਹੁਣ ਕੀ ਕਹਿ ਸਕਦਾ ਕਿ ਸਾਰੇ ਤਾਂ ਦੱਸਣਗੇ ਉਹ ਬਾਕੀ ਇੰਨਾ ਹੈ ਕਿ ਅਗਰ ਦੇਖੋ ਆਪਾਂ ਨੂੰ ਸਾਰਿਆਂ ਨੂੰ ਸਹਿਮਤੀ ਨਾਲ ਹੀ ਚੱਲਣਾ ਪਏਗਾ।
ਹਾਂ। ਇਹ ਚੀਜ਼ ਦੇ ਵਿੱਚ ਮੈਂ ਕੱਲਾ ਥੋੜੀ ਫੈਸਲਾ ਲੈ ਲੂੰਗਾ। ਕੁਝ ਨਹੀਂ ਕਰ ਸਕਦੇ, ਇਕੱਲੇ ਕੁਝ ਨਹੀਂ ਕਰ ਸਕਦੇ। ਅਗਰ ਆਪਾਂ ਸਾਰੇ ਇਕਜੁੱਟ ਹੋ ਕੇ ਚੱਲਾਂਗੇ ਤਾਂ ਹੀ ਆਪਾਂ ਨੂੰ ਇਸ ਦੇ ਮੁਤਾਬਕ ਕਿਉਂਕਿ ਸਾਡੇ ਉੱਥੇ ਅਸੀਂ ਉੱਥੇ ਰਹਿੰਦੇ ਆ, ਉੱਥੇ ਦੇ ਵਾਸੀਆਂ ਦੇ ਸਾਨੂੰ ਉੱਥੇ ਦਾ ਸਿਸਟਮ ਦਾ ਪਤਾ। ਮੈਂਬਰ ਆਫ ਪਾਰਲੀਮੈਂਟ ਨੇ, ਐਮਐਲਸੀ ਨੇ, ਉਹਨਾਂ ਨੂੰ ਜਾ ਕੇ ਕਹਾਂਗੇ ਫੋਲੋ ਅਪ ਰੱਖੋ ਜਾਂ ਫਾਈਲ ਗਈ ਸੀ, ਜਿਵੇਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਭੇਜਾਂਗੇ, ਸੀਬੀਐਸਏ ਨੂੰ, ਆਈਆਰਸੀ ਨੂੰ, ਆਰਸੀਐਮਪੀ ਪੁਲਿਸ ਆਈ ਉਹ ਸਾਰੇ ਪਾਸੇ ਜਾਣੀਆਂ ਜੋ ਫਾਈਲ ਤਾਂ ਉਹਦੇ ਨਾਲ ਕੀ ਹੋਣਾ ਹੈ, ਅਸੀਂ ਫਿਰ ਮੈਂਬਰ ਆਫ ਪਾਰਲੀਮੈਂਟ ਨੂੰ ਕਹਾਂਗੇ ਅਸੀਂ ਆਹ ਫਾਈਲ ਭੇਜੀ ਸੀ ਇੰਨੀ ਤਰੀਕ ਨੂੰ ਸਾਈਨ ਕਰਾ ਕੇ ਇਹਦਾ ਦੱਸੋ ਕੀ ਰਿਜ਼ਲਟ ਨਿਕਲਿਆ, ਕਿੱਥੇ ਤੱਕ ਪਹੁੰਚੀ ਇਨਵੈਸਟੀਗੇਸ਼ਨ। ਉਹ ਫਿਰ ਸੀਬੀਐਸਈ ਹੁਣ ਇਹਨਾਂ ਭੋਲਿਆਂ ਬੰਦੇ ਨੂੰ ਇਹ ਨਹੀਂ ਪਤਾ ਵੀ 4 ਮਹੀਨੇ ਬਿੱਲੀ ਸੀ। ਜੇ ਉਹ ਚਾਹੁੰਦੀ ਉਰੇ ਆਉਂਦੀ 31 ਮਈ 2019 ਨੂੰ ਉਹਦੇ 2 ਸਮੈਸਟਰ ਖਤਮ ਹੋ ਗਏ। ਮੈਂ ਕੈਨੇਡਾ ਰਹਿੰਦਾ, ਉੱਥੇ ਸਟੂਡੈਂਟ ਵੀਜ਼ੇ ਅਸੀਂ ਲਾਉਂਦੇ ਹਾਂ, 4 ਮਹੀਨੇ ਬ੍ਰੇਕ ਸੀਗਾ, ਫ੍ਰੀ ਸੀ। ਉਹ ਚਾਹੁੰਦੀ ਤੇ ਉਰੇ 2-3 ਮਹੀਨੇ ਆ ਕੇ ਮੁੰਡੇ ਨਾਲ ਰਹਿੰਦੀ। ਲਓ ਜੀ ਵਿਆਹ ਕਰਦੀ ਹਾਂ ਮੈਂ ਫ੍ਰੀ ਹਾਂ, ਮੇਰਾ ਹੁਣ ਸਕੂਲ ਕਾਲਜ ਨਹੀਂ ਹੈਗਾ। ਮੈਂ 1 ਸਤੰਬਰ ਨੂੰ ਦੁਬਾਰਾ ਜਾ ਕੇ ਆਪ ਕਹਿ ਰਹੀ ਇੰਟਰਵਿਊ 'ਚ ਮੇਰਾ 1 ਸਤੰਬਰ ਨੂੰ ਮੇਰਾ ਕਾਲਜ ਸਟਾਰਟ ਹੋਇਆ 2019 ਨੂੰ 2019 4 ਮਹੀਨੇ ਤੋਂ ਕੀ ਕੀਤਾ, ਕੋਈ ਚੰਗੇ ਰਿਲੇਸ਼ਨ ਬਣਾਉਂਦੀ ਉਰੇ। ਉਹਦਾ ਕਾਰਨ ਇਹ ਹੈ ਜਦੋਂ ਆ ਸ਼ਿਕਾਇਤਾਂ ਚਲੇ ਜਾਂਦੀਆਂ ਨੇ। ਹਾਂਜੀ, ਅਸੀਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਸਵੇਰੇ 11 ਕੁਛ ਤੋਂ ਲੈ ਕੇ ਅਸੀਂ ਇੱਥੇ ਪਹੁੰਚੇ ਹੋਏ ਸੀ ਤਾਂ ਅਸੀਂ 3-4 ਘੰਟੇ ਇੱਥੇ ਬੈਠੇ ਹਾਂ ਧਰਨੇ ਦੇ ਵਿੱਚ। ਜੋ ਵੀ ਅਸੀਂ ਦੇਖਿਆ ਸੁਣਿਆ ਇੱਥੇ ਜੋ ਵੀ ਆਏ ਹੋਏ ਸੀ ਬੁਲਾਰੇ ਬੋਲਣ ਵਾਸਤੇ, ਤੇ ਉਹਨਾਂ ਨੇ ਦੱਸਿਆ ਜਿਹੜੀ 11 ਮੈਂਬਰੀ ਕਮੇਟੀ ਬਣਾਈ ਹੋਈ ਸੀ ਤੇ ਉਹਨਾਂ ਨੇ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਉਹਨਾਂ ਨੇ 25 ਦਿਨਾਂ ਦਾ ਟਾਈਮ ਦਿੱਤਾ ਇਹਨਾਂ ਨੂੰ, ਤੇ ਬਾਕੀ ਕੁੜੀ ਦੇ ਪਰਿਵਾਰ ਤੇ 420 ਦਾ ਪਰਚਾ ਹੋ ਗਿਆ। ਤੇ ਅੱਜ ਮੈਨੂੰ ਲੱਗਦਾ ਕਿ ਸ਼ਾਮ ਤੱਕ ਧਰਨਾ ਇਹ ਚੱਕਿਆ ਜਾਏਗਾ ਤੇ ਬਾਕੀ ਦੇਖਦੇ ਆ ਕਿ 25 ਤਰੀਕ ਨੂੰ ਜਿਹੜੀ ਅਗਲੀ ਕਾਰਵਾਈ ਹੈ ਜਾਂ ਜੋ ਵੀ ਪ੍ਰਸ਼ਾਸਨ ਹੈ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਬਾਕੀ ਦੀ ਕਾਰਵਾਈ ਹਾਂ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ। 25 ਜਿਵੇਂ ਕਈ ਵਿੱਚ ਜਿਹਨਾਂ ਦੇ ਨਾਲ ਇਹ ਕੇਸ ਹੋਏ ਨੇ, ਜਿਵੇਂ ਵੀ ਕੁੜੀਆਂ ਉੱਧਰ ਜਾ ਕੇ ਵੀ ਮੁੰਡਿਆਂ ਨਹੀਂ ਬੁਲਾਉਂਦੀਆਂ, ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਮੁੰਡੇ ਦੇ ਅੰਦਰ ਡਰ ਹੈ ਵੀ ਕਿਤੇ ਉੱਧਰ ਜਾ ਕੇ ਕੁੜੀ ਰਿਫਿਊਜੀ ਨਾ ਲੈ ਲੇ, ਕਿਉਂਕਿ ਰਿਫਿਊਜੀ ਸਿਰਫ ਉਹ ਲੈ ਸਕਦੇ ਨੇ ਜਿਨ੍ਹਾਂ ਤੇ ਕੋਈ ਕੇਸ ਮਤਲਬ ਵੀ ਕ੍ਰਾਈਮ ਦੇ ਵਿੱਚ ਨਹੀਂ ਆਉਂਦੇ ਹੈਗੇ। ਹੁਣ ਜਿਵੇਂ ਇੱਧਰ ਬੇਅੰਤ ਕੌਰ ਦੇ ਉੱਪਰ 420 ਦਾ ਪਰਚਾ ਹੋ ਗਿਆ, ਉਹ ਕੁੜੀ ਰਿਫਿਊਜੀ ਉੱਧਰ ਨਹੀਂ ਲੈ ਸਕਦੀ ਕਿਉਂਕਿ ਉਹਦੇ ਉੱਪਰ ਪਰਚਾ ਹੋ ਗਿਆ 420 ਦਾ, ਉਹ ਕ੍ਰਾਈਮ ਦੇ ਵਿੱਚ ਯਾਨੀ ਕਿ ਆ ਗਈ। ਇਸ ਕਰਕੇ ਰਿਫਿਊਜੀ ਤਾਂ ਬਿਲਕੁਲ ਲੈ ਸਕਦੀ ਸੀ ਕਲੀਅਰ। ਅਗਰ ਰਿਫਿਊਜੀ ਲੈ ਲਓ ਕੋਈ ਵੀ ਲੈਂਦਾ ਵੀ ਹੈ ਤਾਂ ਉਹਦੇ ਵਿੱਚ ਵੀ ਥੋੜੇ ਟਾਈਮ ਵਾਸਤੇ ਇਹ ਚੀਜ਼ ਹੁੰਦੀ ਪੀਸੀਸੀ ਕਲੀਅਰ ਕਰਵਾ ਕੇ ਹੀ ਉਧਰ ਪੀਆਰ ਮਿਲਣੀ ਹੈ ਤੇ ਯਾਨੀ ਕਿ ਕੁੱਲ ਮਿਲਾ ਕੇ ਉਹਦਾ ਤੈਅ ਆਉਰੇ ਆਉਣਾ। ਹਾਂ, ਤੇ ਬਾਕੀ ਮੈਂ ਇਹੀ ਸਭ ਨੂੰ ਬੇਨਤੀ ਕਰਦੀ ਹਾਂ, ਮੇਰੀ ਹੱਥ ਬਣ ਕੇ ਬੇਨਤੀ ਹੈ ਕਿ ਪਲੀਜ਼ 25 ਤਰੀਕ ਤੱਕ ਦੇਖਦੇ ਹਾਂ ਵੀ ਕੀ ਬਣਦੀ ਅਗਲੀ ਕਾਰਵਾਈ ਜਿਹੜੀ। ਤੇ ਅਗਰ ਪਤਾ ਹੀ ਉਮੀਦ ਕਰਦੇ ਪ੍ਰਸ਼ਾਸਨ ਤੋਂ ਕਿ ਕੁਝ ਇਹਨਾਂ ਦਾ ਸਾਥ ਦਿੱਤਾ ਜਾਵੇ ਲਵਪ੍ਰੀਤ ਦੇ ਪਰਿਵਾਰ ਦਾ, ਤੇ ਅਗਰ ਕੁਝ ਨਹੀਂ ਹੁੰਦਾ ਤਾਂ ਅਗਰ ਜੇ ਧਰਨਾ ਦੁਬਾਰਾ ਵੀ ਇਹਨਾਂ ਨੂੰ ਕਰਨਾ ਪਿਆ ਤਾਂ ਕਰਨਗੇ, ਤਾਂ ਅਸੀਂ ਜ਼ਰੂਰ ਦੁਬਾਰਾ ਹਾਂ ਫਿਰ ਆਵਾਂਗੇ। ਤੇ ਭਾਬੀ ਗੱਲ ਹੋਰ ਕੁੜੀਆਂ ਨੂੰ ਜਿਹੜੀਆਂ ਇਸ ਤਰ੍ਹਾਂ ਧੋਖੇ ਧੜੀਆਂ ਕਰਦੀਆਂ ਨੇ, ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਮੈਸੇਜ ਤਾਂ ਇਹੀ ਹੈ, ਦੇਖੋ ਕਰਨੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਤਾਂ ਪਲੀਜ਼ ਮੇਰਾ ਉਹ ਕੁੜੀਆਂ ਨੂੰ ਮੈਸੇਜ ਹੈ ਕਿ ਇਹ ਚੀਜ਼ ਬਿਲਕੁਲ ਸੋਚੋ ਵੀ ਨਾ ਕਰਨ ਦੇ ਵਿੱਚ। ਇਸ ਨਾਲ ਕੱਲੀ ਤੁਹਾਡੀ ਬੇਇੱਜ਼ਤੀ ਨਹੀਂ, ਤੁਹਾਡੇ ਪਿੱਛੇ ਪਰਿਵਾਰ ਦੀ ਬੇਇੱਜ਼ਤੀ ਵੀ। ਕਈ ਪਰਿਵਾਰ ਬੇਇੱਜ਼ਤੀ ਮੰਨਦੀ ਨਹੀਂ ਹੈਗੇ, ਉਹਨੂੰ ਜਮੀ ਸੰਗ ਸ਼ਰਮ ਲਾ ਦਿੰਦੇ ਨੇ, ਉਹਨਾਂ ਦਾ ਕੀ ਹੱਲ ਆ ਫਿਰ? ਉਹ ਤਾਂ ਹੁਣ ਫਿਰ ਉਹਨਾਂ ਬਾਰੇ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਕਿਉਂਕਿ ਉਹ ਤਾਂ ਜੰਮੀ ਬੇਸ਼ਰਮ ਹੋਏ ਪਏ ਨੇ। ਜਿਹਦੀ ਲੈ ਗਈ ਲੋਈ ਕੀ ਕਰੂਗਾ ਕੋਈ? ਹਾਂ, ਤੇ ਬਾਕੀ ਇੱਥੇ ਆ ਕੇ ਅੱਜ ਪਤਾ ਲੱਗਿਆ, ਅੱਜ ਕੱਲਾ ਇੱਥੇ ਮੈਂ ਕਾਫੀ ਕੁਝ ਦੇਖਿਆ ਕਿ ਛੋਟੇ ਬੱਚੇ ਵੀ ਆਏ ਹੋਏ ਸੀ ਤਾਂ ਉਹਨਾਂ ਨੂੰ ਵੀ ਬੇਅੰਤ ਕੌਰ ਬਾਰੇ ਪਤਾ ਹੈ ਕਿ ਉਸਨੇ ਕੀ ਕੀਤਾ ਲਵਪ੍ਰੀਤ ਦੇ ਨਾਲ। ਤਾਂ ਇਹ ਚੀਜ਼ਾਂ ਹੁਣ ਦੇਖੋ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਆ ਕੇ ਵੀ ਪਹਿਲਾਂ ਵੀ ਕੁੜੀਆਂ ਦੀ ਕਦਰ ਆਈਲੈਟਸ ਨੇ ਹੀ ਕਰਵਾਈ ਸੀ ਵੀ ਯਾਨੀ ਕਿ ਕੋਈ ਗਰੀਬ ਘਰ ਦੀ ਕੁੜੀ ਸੀ ਤਾਂ ਅੱਜ ਵਧੀਆ ਜ਼ਮੀਨ ਜਾਇਦਾਦ ਵਾਲਾ ਮੁੰਡਾ ਕੁੜੀ ਦਾ ਰਿਸ਼ਤਾ ਲੈਂਦਾ ਸੀ। ਅੱਜ ਚਾਹੇ ਕੋਈ ਗਰੀਬ ਘਰ ਦਾ ਬੱਚਾ ਚਾਹੇ ਅਮੀਰ ਘਰ ਦਾ, ਕਿਸੇ ਵੀ ਕੁੜੀ ਦਾ ਰਿਸ਼ਤਾ ਆਈਲੈਟਸ ਵਾਲੀ ਦਾ ਲੈਣ ਤੋਂ ਇਨਕਾਰ ਕਰਦਾ। ਆਈਲੈਟਸ ਵਾਲੇ ਕੋਲ ਤੋਂ ਡਰ ਜਾਂਦੇ ਨੇ ਅੱਜ ਕੱਲ੍ਹ। ਜਿਹੜੀ ਪਰਵਰਿਸ਼ ਹੁੰਦੀ ਨਾ ਇੱਕ ਮਾਂ-ਬਾਪ ਦੀ, ਇੱਕ ਆਪਣੇ ਬੱਚੇ ਨੂੰ ਸੇਧ ਦੇਣੀ, ਉਹ ਬਹੁਤ ਮੈਟਰ ਕਰਦੀ ਹੈ ਇਸ ਚੀਜ਼ ਦੇ ਵਿੱਚ ਕਿਉਂਕਿ ਚੰਗੇ ਪਰਿਵਾਰਾਂ ਦੀਆਂ ਧੀਆਂ ਨਹੀਂ ਕੁਝ ਕਰਦੀਆਂ। ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕਿ ਸਾਰੀਆਂ ਕੁੜੀਆਂ ਹੀ ਖਰਾਬ ਨੇ ਜਾਂ ਸਾਰੀਆਂ ਕੁੜੀਆਂ ਮਾੜੀਆਂ ਨੇ, ਕੁਝ ਕੁ ਲੋਕਾਂ ਕਰਕੇ ਇਹ ਕੰਮ ਤਰ੍ਹਾਂ ਗਾਈਡ ਕੀਤਾ ਜਾਵੇ। ਠੀਕ ਹੈ ਚਲੋ ਜੀ, ਧਰਨਾ ਖੁੱਲ ਗਿਆ, ਤੁਹਾਨੂੰ ਦਿਖਾ ਦਈਏ ਤੇ ਅਸੀਂ ਵੀ ਚੱਲਦੇ ਹਾਂ ਹੁਣ। ਤੇ ਇਹ ਸੀ ਸਾਡੀ ਅੱਜ ਦੀ ਵੀਡੀਓ।